ਹੁਣ ਤੱਕ ਤੁਸੀਂ ਪੜ੍ਹਿਆ ਕਿ ਮੈਂ ਸੋਚਣ ਲੱਗਿਆ ਕਿ ਮਾਲਕ ਮੇਰੇ ਸੁਪਨੇ 'ਚ ਕਿਉਂ ਆਏ ਤੇ ਕਮਰੇ 'ਚ ਜਾਣ ਦਾ ਕਿਉਂ ਕਿਹਾ। ਮੈਂ ਮਾਲਕ ਦੇ ਕਮਰੇ 'ਚ ਨਹੀਂ ਜਾ ਸਕਦਾ ਸੀ ਕਿਉਂਕਿ ਉੱਥੇ ਤਾਂ ਵਿਧਵਾ ਮਾਲਕਨ ਸੀ ਜੋ ਦੁਖੀ ਸੀ। ਫਿਰ ਮੈਂ ਸੋਚਿਆ ਕਿ ਸ਼ਾਇਦ ਅੱਜ ਸਾਰਾ ਦਿਨ ਮਾਲਕ ਬਾਰੇ ਗੱਲਾਂ ਹੋਣ ਕਰਕੇ ਅੱਜ ਉਹਨਾਂ ਨੂੰ ਸੁਪਨੇ 'ਚ ਦੇਖ ਲਿਆ। ਇਸ ਲਈ ਸੁਪਨੇ ਦਾ ਸੱਚਾਈ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਦੋਂ ਸਵੇਰ ਹੋਈ ਤਾਂ ਮੈਂ ਆਪਣੀ ਪਤਨੀ ਪੂਨਮ ਨੂੰ ਫੋਨ ਕੀਤਾ ਤਾਂ ਉਹ ਮੇਰੀ ਆਵਾਜ਼ ਸੁਣ ਰੋਣ ਲੱਗੀ ਤੇ ਆਖਣ ਲੱਗੀ ਕਿ ਤੁਸੀਂ ਇੰਨੀ ਜਲਦੀ ਕਿਉਂ ਆ ਗਏ। ਤੁਹਾਡੀ ਬੇਟੀ ਪੂਰੀ ਰਾਤ ਨਹੀਂ ਸੌਂਦੀ। ਮੇਰੇ ਇਕੱਲੇ ਤੋਂ ਇਹ ਨਹੀਂ ਸੰਭਾਲੀ ਜਾਂਦੀ। ਤੁਸੀਂ ਹੀ ਆ ਕੇ ਇਸ ਨੂੰ ਸੰਭਾਲੋ। ਫਿਰ ਜਦੋਂ ਮੈਂ ਉਸ ਨੂੰ ਆਪਣੇ ਮਾਲਕ ਦੀ ਮੌਤ ਬਾਰੇ ਦੱਸਿਆ ਤਾਂ ਉਹ ਬਹੁਤ ਉਦਾਸ ਹੋ ਗਈ ਤੇ ਕਹਿਣ ਲੱਗੀ ਕਿ ਅਚਾਨਕ ਉਹਨਾਂ ਦੀ ਮੌਤ ਕਿਵੇਂ ਹੋ ਗਈ। ਮੈਂ ਉਸ ਨੂੰ ਦੱਸਿਆ ਕਿ ਮੈਨੂੰ ਵੀ ਇਸ ਬਾਰੇ ਇੱਥੇ ਆ ਕੇ ਹੀ ਪਤਾ ਲੱਗਿਆ ਹੈ, ਪਰ ਇੱਕ ਗੱਲ ਮੈਨੂੰ ਬਹੁਤ ਤੰਗ ਕਰ ਰਹੀ ਹੈ ਕਿ ਉਹ ਮੇਰੇ ਨਾਲ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੇ ਸਨ, ਪਰ ਮੌਤ ਨੇ ਉਹਨਾਂ ਨੂੰ ਇੰਨਾ ਸਮਾਂ ਨਹੀਂ ਦਿੱਤਾ। ਫਿਰ ਮੈਂ ਪੂਨਮ ਨੂੰ ਆਪਣੇ ਸੁਪਨੇ ਬਾਰੇ ਦੱਸਿਆ ਤਾਂ ਉਹ ਹੈਰਾਨ ਰਹਿ ਗਈ ਤੇ ਆਖਣ ਲੱਗੀ ਕਿ ਰਾਕੇਸ਼, ਮੁਰਦੇ ਇੰਜ ਹੀ ਕਿਸੇ ਦੇ ਸੁਪਨੇ 'ਚ ਨਹੀਂ ਆਉਂਦੇ। ਜ਼ਰੂਰ ਉਹ ਤੁਹਾਨੂੰ ਕੁਝ ਕਹਿਣਾ ਚਾਹੁੰਦੇ ਹੋਣਗੇ। ਤੁਹਾਨੂੰ ਆਪਣੇ ਮਾਲਿਕ ਦੇ ਕਮਰੇ 'ਚ ਜਾਣਾ ਚਾਹੀਦਾ ਹੈ। ਮੈਂ ਕਿਹਾ ਕਿ ਪੂਨਮ, ਤੂੰ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ। ਮਾਲਕਨ ਆਪਣੇ ਕਮਰੇ 'ਚ ਹੁੰਦੀ ਹੈ ਤੇ ਅਜਿਹੇ 'ਚ ਮਾਲਕਨ ਦੇ ਕਮਰੇ 'ਚ ਜਾਣਾ ਚੰਗੀ ਗੱਲ ਨਹੀਂ ਹੈ। ਫਿਰ ਉਹ ਬੋਲੀ ਕਿ ਤੁਸੀਂ ਆਪਣੇ ਸੁਪਨੇ ਬਾਰੇ ਮਾਲਕਨ ਨੂੰ ਦੱਸ ਦਿਓ, ਸ਼ਾਇਦ ਉਹ ਤੁਹਾਡੀ ਕੋਈ ਮਦਦ ਕਰ ਸਕੇ। ਮੈਂ ਕਿਹਾ ਕਿ ਹਾਂ, ਹੁਣ ਅਜਿਹਾ ਹੀ ਕੁਝ ਕਰਨਾ ਹੋਵੇਗਾ। ਐਨੇ ਨੂੰ ਨੌਕਰਾਨੀ ਆਈ ਤੇ ਕਹਿਣ ਲੱਗੀ ਕਿ ਮਾਲਕਨ ਨੇ ਤੁਹਾਨੂੰ ਗੱਡੀ ਕੱਢਣ ਲਈ ਕਿਹਾ ਹੈ। ਮੈਂ ਹਾਂ ਸਿਰ ਹਿਲਾਇਆ ਤੇ ਫੋਨ ਬੰਦ ਕਰਕੇ ਕਮਰੇ 'ਚੋਂ ਬਾਹਰ ਆ ਗਿਆ। ਮੈਂ ਗੱਡੀ ਸਟਾਰਟ ਕੀਤੀ ਤਾਂ ਮਾਲਕਨ ਆ ਕੇ ਬੈਠ ਗਈ ਤੇ ਕਹਿਣ ਲੱਗੀ, ਦਫ਼ਤਰ ਵੱਲ ਚੱਲੋ। ਮੈਂ ਗੱਡੀ ਦਫ਼ਤਰ ਵੱਲ ਮੋੜ ਲਈ। ਰਸਤੇ 'ਚ ਮਾਲਕਨ ਪੁੱਛਣ ਲੱਗੀ ਕਿ ਰਾਕੇਸ਼, ਤੂੰ ਕਿੰਨਾ ਪੜ੍ਹਿਆ ਲਿਖਿਆ ਹੈ। ਇਹ ਇੱਕ ਅਜਿਹਾ ਸਵਾਲ ਸੀ ਜੋ ਅੱਜ ਤੱਕ ਮਾਲਕ ਨੇ ਵੀ ਮੇਰੇ ਤੋਂ ਨਹੀਂ ਪੁੱਛਿਆ ਸੀ। ਮੈਂ ਕਿਹਾ, ਮਾਲਕਨ, ਮੈਂ 10ਵੀਂ ਪਾਸ ਹਾਂ। ਤਾਂ ਮਾਲਕਨ ਬੋਲੀ ਕਿ ਤੂੰ ਰਾਕੇਸ਼, ਤੇਰੇ ਮਾਲਕ ਮਰਨ ਤੋਂ ਪਹਿਲਾਂ ਅਜੀਬ ਜਿਹੀਆਂ ਗੱਲਾਂ ਕਰ ਰਹੇ ਸਨ। ਉਹ ਆਖ ਰਹੇ ਸਨ ਕਿ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਤੂੰ ਰਾਕੇਸ਼ 'ਤੇ ਭਰੋਸਾ ਕਰ ਲਵੀਂ। ਉਹ ਇੱਕ ਚੰਗਾ ਤੇ ਸ਼ਰੀਫ ਲੜਕਾ ਹੈ। ਉਸ ਦੀ ਪੜ੍ਹਾਈ ਲਿਖਾਈ ਘੱਟ ਹੈ, ਪਰ ਦਫ਼ਤਰ ਦੇ ਮਾਮਲੇ 'ਚ ਤੂੰ ਉਸ ਤੋਂ ਮਦਦ ਲੈ ਸਕਦੀ ਹੈ। ਤੈਨੂੰ ਪਰੇਸ਼ਾਨ ਨਹੀਂ ਹੋਣ ਦੇਵੇਗਾ। ਰਾਕੇਸ਼, ਸੱਚੀ ਮੈਨੂੰ ਇਸ ਬਿਜ਼ਨਸ ਦੀ ਕੋਈ ਸਮਝ ਨਹੀਂ ਹੈ। ਮੈਂ ਇਹ ਕਿਵੇਂ ਸੰਭਾਲਾਂ। ਮੇਰੇ ਤਾਂ ਕੋਈ ਅੱਗੇ ਪਿੱਛੇ ਵੀ ਨਹੀਂ ਹੈ। ਹੁਣ ਤੈਨੂੰ ਹੀ ਆਪਣੇ ਮਾਲਕ ਦੀ ਵਸੀਅਤ 'ਤੇ ਅਮਲ ਕਰਨਾ ਹੋਵੇਗਾ ਤੇ ਮੇਰੀ ਮਦਦ ਕਰਨੀ ਹੋਵੇਗੀ। ਮੈਂ ਕਿਹਾ ਕਿ ਮਾਲਕਨ, ਮੈਂ ਪਿੰਡ ਦਾ ਰਹਿਣ ਵਾਲਾ ਹਾਂ। ਮੈਂ ਪੜ੍ਹਿਆ ਲਿਖਿਆ ਵੀ ਘੱਟ ਹਾਂ ਤੇ ਬਿਜ਼ਨਸ ਵਗੈਰਾ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਮੈਂ ਤੁਹਾਡੀ ਮਦਦ ਕਿਵੇਂ ਕਰ ਸਕਾਂਗਾ। ਮਾਲਕਨ ਨੇ ਕਿਹਾ ਕਿ ਦੇਖੋ ਰਾਕੇਸ਼, ਇਹ ਤੇਰੇ ਮਾਲਕ ਦੀ ਵਸੀਅਤ ਹੈ। ਤੇਰਾ ਕੰਮ ਬਸ ਇੰਨਾ ਹੋਵੇਗਾ ਕਿ ਤੂੰ ਆਪਣੇ ਮਾਲਕ ਦੀ ਕੁਰਸੀ 'ਤੇ ਜਾ ਕੇ ਬੈਠ ਜਾਇਆ ਕਰੇਗਾ। ਹਰ ਕੰਮ 'ਤੇ ਨਜ਼ਰ ਰੱਖਿਆ ਕਰੇਗਾ। ਬਾਕੀ ਕੰਮ ਮੈਨੇਜਰ ਦੇਖ ਲਵੇਗਾ। ਮੈਂ ਅਜੇ ਆਪਣੇ ਪਤੀ ਦੀਆਂ ਅਸਥੀਆਂ ਨੂੰ ਨਹੀਂ ਵਹਾਇਆ ਤੇ ਉਹਨਾਂ ਦੀ 13ਵੀਂ ਹੋਣ ਤੋਂ ਬਾਅਦ ਹੀ ਮੈਂ ਕੋਈ ਕੰਮ ਦੇਖਾਂਗੀ ਕਿ ਮੈਂ ਅੱਗੇ ਕੀ ਕਰਨਾ ਹੈ। ਤੇ ਤੂੰ ਸੋਚ ਵੀ ਨਹੀਂ ਸਕਦਾ ਕਿ ਮਾਲਕ ਦੀ ਕੁਰਸੀ 'ਤੇ ਬੈਠਣ ਨਾਲ ਹੀ ਤੇਰੀ ਤਨਖਾਹ ਲੱਖਾਂ ਰੁਪਏ ਹੋ ਜਾਵੇਗੀ। ਮੈਂ ਮਾਲਕਨ ਦੀ ਗੱਲ ਸੁਣ ਕੇ ਹੀ ਹੈਰਾਨ ਰਹਿ ਗਿਆ। ਅਜਿਹਾ ਲੱਗ ਰਿਹਾ ਸੀ ਕਿ ਮੇਰੀ ਲਾਟਰੀ ਲੱਗ ਗਈ ਹੈ। ਮੇਰੀ ਬੇਟੀ ਕੋਮਲ ਮੇਰੇ ਲਈ ਬਹੁਤ ਖੁਸ਼ਕਿਸਮਤ ਸਾਬਤ ਹੋਈ ਸੀ। ਹੁਣ ਮਾਲਕਨ ਮੇਰੇ ਤੋਂ ਇਸ ਤਰ੍ਹਾਂ ਦੀ ਉਮੀਦ ਲਗਾ ਰਹੀ ਸੀ ਤਾਂ ਮੈਂ ਉਹਨਾਂ ਨੂੰ ਮਨਾ ਨਹੀਂ ਕਰ ਸਕਿਆ ਸੀ। ਉਹ ਮੇਰੇ ਨਾਲ ਦਫ਼ਤਰ ਗਈ ਸੀ ਤੇ ਉਹਨਾਂ ਨੇ ਸਾਰਿਆਂ ਨੂੰ ਸਮਝਾਇਆ ਕਿ ਅੱਜ ਤੋਂ ਰਾਕੇਸ਼ ਇਸ ਦਫ਼ਤਰ ਦਾ ਬੌਸ ਹੈ। ਮਾਲਕਨ ਦੀ ਗੱਲ ਸੁਣ ਸਾਰੇ ਵਰਕਰ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਰਹੇ ਸਨ ਕਿਉਂਕਿ ਖੜੇ ਖੜੇ ਹੀ ਮੇਰੀ ਹੈਸੀਅਤ ਬਦਲ ਗਈ ਸੀ। ਮੈਂ ਇੱਕ ਮਾਮੂਲੀ ਜਿਹੇ ਡਰਾਈਵਰ ਤੋਂ ਇੱਕ ਬਹੁਤ ਵੱਡੀ ਕੰਪਨੀ ਦਾ ਮਾਲਕ ਬਣ ਗਿਆ ਸੀ। ਮੈਂ ਰੋਜ਼ਾਨਾ ਦਫ਼ਤਰ ਆਉਣ ਲੱਗਿਆ ਤੇ ਸਾਰੇ ਮੇਰੇ ਹੁਕਮ ਅਨੁਸਾਰ ਚੱਲਣ ਲੱਗੇ। ਕਿਸੇ ਨੂੰ ਕੋਈ ਵੀ ਕੰਮ ਹੁੰਦਾ ਸਾਰੇ ਆ ਕੇ ਮੇਰੇ ਤੋਂ ਹੀ ਇਜਾਜ਼ਤ ਲੈਂਦੇ। ਇਹ ਜ਼ਿੰਦਗੀ ਬਹੁਤ ਹਸੀਨ ਸੀ ਤੇ ਮੈਂ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਦਿਨ ਇਸ ਤਰ੍ਹਾਂ ਬਦਲ ਜਾਣਗੇ।
मैं अपनी तरक्की बारे अपनी पत्नी पूनम ਨੂੰ ਦੱਸਿਆ ਤਾਂ ਉਹ ਫੁੱਲੀ ਨਹੀਂ ਸਮਾ ਰਹੀ ਸੀ। ਉਹ ਆਖਣ ਲੱਗੀ ਕਿ ਹੁਣ ਤਾਂ ਤੁਹਾਡੀ ਤਨਖਾਹ ਵੀ ਵਧੀਆ ਹੋ ਗਈ ਹੈ, ਹੁਣ ਤਾਂ ਮੈਨੂੰ ਆਪਣੇ ਕੋਲ ਬੁਲਾ ਲਓ। ਮੈਂ ਕਿਹਾ ਕਿਉਂ ਨਹੀਂ, ਮੈਂ ਬਹੁਤ ਜਲਦ ਤੈਨੂੰ ਆਪਣੇ ਕੋਲ ਬੁਲਾ ਲਵਾਂਗਾ, ਪਰ ਇੱਕ ਪਰੇਸ਼ਾਨੀ ਹੈ, ਉਹ ਖਤਮ ਹੋ ਜਾਵੇਗੀ ਤਾਂ ਤੈਨੂੰ ਬੁਲਾ ਲਵਾਂਗਾ। ਮੇਰੀ ਪਤਨੀ ਨੇ ਪੁੱਛਿਆ ਕੀ ਪਰੇਸ਼ਾਨੀ ਹੈ? ਤਾਂ ਮੈਂ ਕਿਹਾ ਕੁਝ ਨਹੀਂ, ਦਫ਼ਤਰ ਦਾ ਹੀ ਕੋਈ ਕੰਮ ਹੈ, ਉਹ ਜਦੋਂ ਵੀ ਹੋ ਜਾਵੇਗਾ ਤਾਂ ਮੈਂ ਤੈਨੂੰ ਬੁਲਾ ਲਵਾਂਗਾ। ਮੇਰੀ ਸਭ ਤੋਂ ਵੱਡੀ ਉਲਝਣ ਮੇਰਾ ਸੁਪਨਾ ਸੀ। ਮੈਨੂੰ ਹਰ ਰਾਤ ਸੁਪਨੇ 'ਚ ਮਾਲਕ ਨਜ਼ਰ ਆਉਂਦਾ ਸੀ ਤੇ ਆਖਦਾ ਸੀ ਕਿ ਮੇਰੇ ਕਮਰੇ 'ਚ ਜਾ, ਪਰ ਮੈਂ ਕਿਵੇਂ ਜਾ ਸਕਦਾ ਸੀ? ਕਿਤੇ ਮਾਲਕਨ ਮੈਨੂੰ ਅੱਧੀ ਰਾਤ ਨੂੰ ਕਮਰੇ 'ਚ ਦੇਖ ਕੇ ਗੁੱਸੇ ਹੋ ਗਈ ਤਾਂ ਮੇਰੀ ਹੈਸੀਅਤ ਹੀ ਨਾ ਖੋ ਲਵੇ। ਇਸ ਤਰ੍ਹਾਂ ਤਾਂ ਮੇਰੀ ਲੱਖਾਂ ਦੀ ਤਨਖਾਹ ਵੀ ਖਤਰੇ 'ਚ ਪੈ ਸਕਦੀ ਹੈ। ਇਸ ਲਈ ਮੈਂ ਹਰ ਰਾਤ ਆਪਣੇ ਸੁਪਨੇ ਨੂੰ ਦਬਾ ਦਿੰਦਾ। ਮੈਨੂੰ ਦਫ਼ਤਰ ਜੁਆਇਨ ਕੀਤੇ ਪੂਰਾ 1 ਮਹੀਨਾ ਹੋ ਗਿਆ ਸੀ ਤੇ ਹੁਣ ਤਾਂ ਮੇਰੀ ਤਨਖਾਹ ਵੀ ਮੇਰੇ ਹੱਥ ਆ ਗਈ ਸੀ। ਮੈਂ ਖੁਸ਼ੀ 'ਚ ਫੁੱਲਿਆ ਨਹੀਂ ਸਮਾ ਰਿਹਾ ਸੀ। ਇੱਕ ਦਿਨ ਮੈਂ ਦਫ਼ਤਰ 'ਚ ਬੈਠਾ ਸੀ ਕਿ ਮਾਲਕਨ ਦਾ ਫੋਨ ਆਇਆ ਕਿ ਛੇਤੀ ਘਰ ਆ ਜਾ, ਮੈਂ ਤੈਨੂੰ ਇੱਕ ਚੀਜ਼ ਦਿਖਾਉਣੀ ਹੈ। ਮੈਂ ਪਰੇਸ਼ਾਨ ਹੋ ਗਿਆ ਕਿ ਆਖਰ ਅਜਿਹੀ ਕੀ ਗੱਲ ਹੈ ਜੋ ਮਾਲਕਨ ਮੈਨੂੰ ਇੰਨੀ ਐਮਰਜੈਂਸੀ 'ਚ ਬੁਲਾ ਰਹੀ ਹੈ। ਮੈਂ ਛੇਤੀ ਘਰ ਪਹੁੰਚਿਆ ਤਾਂ ਮਾਲਕਨ ਵਿਹੜੇ 'ਚ ਬੈਠੀ ਰੋ ਰਹੀ ਸੀ। ਇਹ ਦੇਖ ਮੈਂ ਘਬਰਾ ਗਿਆ। ਮੈਂ ਕਿਹਾ ਕਿ ਮਾਲਕਨ ਕੀ ਗੱਲ ਹੋ ਗਈ, ਤੁਸੀਂ ਇਸ ਤਰ੍ਹਾਂ ਕਿਉਂ ਰੋ ਰਹੇ ਹੋ? ਮਾਲਕਨ ਨੇ ਮੇਰੇ ਸਾਹਮਣੇ ਇੱਕ ਕਾਗਜ਼ ਰੱਖ ਦਿੱਤਾ। ਉਹ ਆਖਣ ਲੱਗੀ ਕਿ ਅੱਜ ਆਪਣੇ ਕਮਰੇ 'ਚ ਸਫਾਈ ਕਰਵਾ ਰਹੀ ਸੀ ਤਾਂ ਉੱਥੇ ਇਹ ਚਿੱਠੀ ਮਿਲੀ। ਇਹ ਤੇਰੇ ਨਾਂ ਹੈ ਰਾਕੇਸ਼, ਇਹ ਮੇਰੇ ਪਤੀ ਨੇ ਲਿਖੀ ਹੈ। ਮੈਂ ਕੰਮ ਦੇ ਹੱਥਾਂ ਨਾਲ ਉਹ ਚਿੱਠੀ ਫੜੀ। ਮਾਲਕਨ ਮੈਨੂੰ ਆਖਣ ਲੱਗੀ ਕਿ ਰਾਕੇਸ਼ ਛੇਤੀ ਚਿੱਠੀ ਪੜ੍ਹ ਤੇ ਦੱਸ ਇਸ 'ਚ ਕੀ ਲਿਖਿਆ ਹੈ। ਮੇਰਾ ਪਤੀ ਤੈਨੂੰ ਅਜਿਹਾ ਕੀ ਕਹਿਣਾ ਚਾਹੁੰਦਾ ਸੀ ਕਿ ਉਹਨਾਂ ਨੂੰ ਚਿੱਠੀ ਦਾ ਸਹਾਰਾ ਲੈਣਾ ਪਿਆ? ਮੈਂ ਚਿੱਠੀ ਤੋਂ ਟੇਪ ਉਤਾਰੀ ਤੇ ਚਿੱਠੀ ਪੜ੍ਹੀ ਤਾਂ ਹੈਰਾਨ ਰਹਿ ਗਿਆ। ਇਸ 'ਚ ਲਿਖਿਆ ਸੀ, ਰਾਕੇਸ਼ ਮੈਂ ਜਾਣਦਾ ਹਾਂ ਕਿ ਤੂੰ ਇੱਕ ਸ਼ਾਦੀशुदा ਆਦਮੀ ਹੈ ਤੇ ਬਹੁਤ ਛੇਤੀ ਤੇਰੇ ਘਰ ਇੱਕ ਬੱਚਾ ਵੀ ਹੋਣ ਵਾਲਾ ਹੈ, ਪਰ ਫਿਰ ਵੀ ਮੈਂ ਤੈਨੂੰ ਇੱਕ ਫਰਿਆਦ ਕਰਨਾ ਚਾਹੁੰਦਾ ਹਾਂ। ਰਾਕੇਸ਼ ਤੂੰ ਇੱਕ ਚੰਗਾ ਇਨਸਾਨ ਹੈ। ਮੈਂ ਤੇਰੇ ਬਾਰੇ ਬਹੁਤ ਛਾਣਬੀਨ ਕਰਵਾਈ ਤਾਂ ਤੇਰੇ 'ਚ ਕਿਸੇ ਤਰ੍ਹਾਂ ਦੀ ਕੋਈ ਬੁਰਾਈ ਨਹੀਂ ਨਿਕਲੀ। ਰਾਕੇਸ਼ ਤੈਨੂੰ ਪਤਾ ਨਹੀਂ, ਡਾਕਟਰ ਨੇ ਮੈਨੂੰ ਦੱਸਿਆ ਹੈ ਕਿ ਮੈਨੂੰ ਬਹੁਤ ਹੀ ਖਤਰਨਾਕ ਬਿਮਾਰੀ ਹੈ। ਮੈਂ ਬਹੁਤ ਹੀ ਜਲਦੀ ਇਸ ਦੁਨੀਆ ਤੋਂ ਚਲਾ ਜਾਵਾਂਗਾ। ਮੇਰੀ ਪਤਨੀ ਮੇਰੇ ਪਿੱਛੋਂ ਦੁਨੀਆ 'ਚ ਇਕੱਲੀ ਰਹਿ ਜਾਵੇਗੀ ਤੇ ਮੇਰੇ ਪਿੱਛੋਂ ਉਸਦਾ ਇੱਥੇ ਕੋਈ ਨਹੀਂ ਹੈ। ਅਜਿਹੇ 'ਚ ਮੇਰੀ ਤੇਰੇ ਅੱਗੇ ਇਹੀ ਫਰਿਆਦ ਹੈ, ਤੂੰ ਮੇਰੀ ਪਤਨੀ ਨੂੰ ਇਕੱਲਾ ਨਾ ਛੱਡੀ। ਤੂੰ ਉਸ ਨਾਲ ਵਿਆਹ ਕਰ ਲਵੀਂ ਤੇ ਉਸ ਦਾ ਸਹਾਰਾ ਬਣ ਜਾਵੀਂ। ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਤੇ ਭਰੋਸਾ ਨਹੀਂ ਕਰ ਸਕਦਾ ਕਿਉਂਕਿ ਮੇਰੀ ਪਤਨੀ ਬਹੁਤ ਭੋਲੀ ਤੇ ਸਿੱਧੀ ਸਾਦੀ ਹੈ। ਮੈਂ ਚਿੱਠੀ ਪੜ੍ਹ ਕੇ ਹੈਰਾਨ ਰਹਿ ਗਿਆ। ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਮਾਲਕਨ ਮੇਰੇ ਵੱਲ ਦੇਖਣ ਲੱਗੀ ਤੇ ਪੁੱਛਿਆ ਕਿ ਚਿੱਠੀ 'ਚ ਕੀ ਲਿਖਿਆ ਹੈ, ਮੈਨੂੰ ਦੱਸੋ। ਮੈਂ ਬਹੁਤ ਬੇਚੈਨ ਹਾਂ। ਹੁਣ ਜੇਕਰ ਮੈਂ ਮਾਲਕਨ ਨੂੰ ਆਪਣੇ ਮੂੰਹੋਂ ਇਹ ਸਭ ਕਹਿੰਦਾ ਤਾਂ ਸ਼ਾਇਦ ਉਹ ਮੇਰੇ ਤੇ ਵਿਸ਼ਵਾਸ ਨਾ ਕਰਦੇ। ਇਸ ਲਈ ਮੈਂ ਉਹ ਚਿੱਠੀ ਉਹਨਾਂ ਵੱਲ ਵਧਾ ਦਿੱਤੀ ਤੇ ਉੱਥੋਂ ਚਲਾ ਗਿਆ। ਮੈਂ ਸੋਚਣ ਲੱਗਿਆ ਕਿ ਸ਼ਾਇਦ ਸੁਪਨੇ 'ਚ ਆ ਕੇ ਮਾਲਕ ਮੈਨੂੰ ਇਹੀ ਕੁਝ ਆਖਣਾ ਚਾਹੁੰਦੇ ਸਨ, ਇਸ ਲਈ ਉਹ ਵਾਰ-ਵਾਰ ਮੇਰੇ ਸੁਪਨੇ 'ਚ ਆਉਂਦੇ ਸਨ। ਹੁਣ ਤਾਂ ਗੱਲ ਇਹ ਸੀ ਕਿ ਮੈਨੂੰ ਮਾਲਕ ਦੀ ਗੱਲ ਮੰਨਣੀ ਹੀ ਚਾਹੀਦੀ ਹੈ ਜਾਂ ਨਹੀਂ। ਮੈਂ ਆਪਣੀ ਪਤਨੀ ਨੂੰ ਕਿਵੇਂ ਧੋਖਾ ਦੇ ਸਕਦਾ ਹਾਂ? ਪਰ ਜੇਕਰ ਇਹ ਵਿਆਹ ਕਰ ਲਵਾਂਗਾ ਤਾਂ ਮੇਰੀ ਪਤਨੀ ਤੇ ਬੇਟੀ ਦੀ ਜ਼ਿੰਦਗੀ ਬਣ ਜਾਵੇਗੀ। ਮੈਂ ਸੋਚਿਆ ਕਿ ਦੇਖਦਾ ਹਾਂ ਕਿ ਮਾਲਕਨ ਇਸ ਚਿੱਠੀ ਬਾਰੇ ਕੀ ਕਹਿੰਦੇ ਹਨ। ਉਹਨਾਂ ਦਾ ਜਵਾਬ ਸੁਣ ਕੇ ਹੀ ਕੋਈ ਫੈਸਲਾ ਕਰਾਂਗਾ। ਰਾਤ ਹੋਈ ਤਾਂ ਨੌਕਰਾਨੀ ਮੇਰੇ ਕੋਲ ਆਈ ਤੇ ਬੋਲੀ, ਮਾਲਕਨ ਨੇ ਬੁਲਾਇਆ ਹੈ। ਮੈਂ ਵਿਹੜੇ 'ਚ ਗਿਆ ਤਾਂ ਮਾਲਕਨ ਉੱਥੇ ਬੈਠੀ ਸੀ। ਉਹ ਆਖਣ ਲੱਗੀ ਕਿ ਰਾਕੇਸ਼ ਤੂੰ ਆਪਣੇ ਮਾਲਕ ਦੀ ਵਸੀਅਤ ਬਾਰੇ ਕੀ ਸੋਚਿਆ ਹੈ? ਮੈਂ ਨਜ਼ਰਾਂ ਝੁਕਾਈ ਖੜਾ ਸੀ। ਮੈਂ ਕਿਹਾ ਕਿ ਮਾਲਕਨ ਮੈਂ ਤੁਹਾਡੇ ਬਾਰੇ ਅਜਿਹਾ ਕੁਝ ਸੋਚ ਵੀ ਨਹੀਂ ਸਕਦਾ। ਮਾਲਕਨ ਬੋਲੀ, ਰਾਕੇਸ਼ ਮੈਂ ਵੀ ਆਪਣੀ ਜ਼ਿੰਦਗੀ 'ਚ ਕਿਸੇ ਦੂਜੇ ਆਦਮੀ ਨੂੰ ਨਹੀਂ ਲਿਆ ਸਕਦੀ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹਾਂ, ਪਰ ਹੁਣ ਮੈਂ ਮਜਬੂਰ ਹਾਂ। ਤੂੰ ਦੱਸ ਮੈਂ ਕੀ ਕਰਾਂ? ਮੈਂ ਮਰਦੇ ਮਰ ਜਾਵਾਂਗੀ ਪਰ ਆਪਣੇ ਪਤੀ ਦੀ ਵਸੀਅਤ ਨੂੰ ਹਰ ਹਾਲ 'ਚ ਪੂਰਾ ਕਰਾਂਗੀ। ਮੈਂ ਇਸ ਰਿਸ਼ਤੇ ਲਈ ਰਾਜੀ ਹਾਂ। ਤੂੰ ਦੱਸ ਕਿ ਤੂੰ ਰਾਜੀ ਹੈ? ਮੈਂ ਮਾਲਕਨ ਵੱਲ ਦੇਖਿਆ ਤਾਂ ਅੱਜ ਉਹਨਾਂ ਨੇ ਚਿਹਰਾ ਨਹੀਂ ਢਕਿਆ ਹੋਇਆ ਸੀ। ਉਹ ਬਹੁਤ ਹੀ ਹਸੀਨ ਔਰਤ ਸੀ।
ਉਮਰ ਵੀ ਮੇਰੇ ਜਿੰਨੀ ਹੋਵੇਗੀ। ਮੈਂ ਕਿਹਾ ਮਾਲਕਨ ਸੋਚ ਕੇ ਦੱਸਾਂਗਾ। ਐਨਾ ਆਖ ਮੈਂ ਕਮਰੇ 'ਚ ਵਾਪਸ ਆ ਗਿਆ। ਮਾਲਕ ਦੀ ਚਿੱਠੀ ਮੈਨੂੰ ਮਿਲ ਚੁੱਕੀ ਸੀ ਤੇ ਅੱਜ ਸਾਰਾ ਸੱਚ ਮੇਰੇ ਸਾਹਮਣੇ ਸੀ। ਉਹ ਹੁਣ ਮੇਰੇ ਸੁਪਨੇ 'ਚ ਨਹੀਂ ਆਉਣਗੇ। ਪਰ ਰਾਤ ਨੂੰ ਫਿਰ ਉਹੀ ਸੁਪਨਾ ਆਇਆ ਤੇ ਮਾਲਕ ਮੈਨੂੰ ਆਪਣੇ ਕਮਰੇ ਜਾਣ ਲਈ ਆਖਣ ਲੱਗੇ। ਅਚਾਨਕ ਮੇਰੀ ਅੱਖ ਖੁੱਲ੍ਹ ਗਈ ਤੇ ਉੱਠ ਕੇ ਬੈਠ ਗਿਆ। ਮੈਂ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ਮੈਂ ਹਿੰਮਤ ਕਰਕੇ ਉੱਠਿਆ ਤੇ ਮਾਲਕਨ ਦੇ ਕਮਰੇ ਦੇ ਦਰਵਾਜ਼ੇ ਨੂੰ ਬਿਨਾਂ ਖੜਕਾਏ ਹੀ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਸਾਹਮਣੇ ਦਾ ਦ੍ਰਿਸ਼ ਦੇਖ ਕੇ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਸ ਦੌਰਾਨ ਜਿਵੇਂ ਹੀ ਮਾਲਕਨ ਦੀ ਨਜ਼ਰ ਮੇਰੇ 'ਤੇ ਪਈ ਤਾਂ ਉਹ ਕੰਬਣ ਲੱਗੀ। ਉਹ ਭੱਜ ਕੇ ਮੇਰੇ ਕੋਲ ਆਈ ਤੇ ਮੇਰਾ ਹੱਥ ਫੜ ਆਖਣ ਲੱਗੀ ਕਿ ਰਾਕੇਸ਼, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਇਸ ਰਾਜ ਨੂੰ ਰਾਜ ਹੀ ਰਹਿਣ ਦੇ। ਅਸੀਂ ਦੋਵੇਂ ਵਿਆਹ ਕਰ ਲਵਾਂਗੇ ਤਾਂ ਮੈਂ ਸਾਰੀ ਜਾਇਦਾਦ ਤੇਰੇ ਨਾਂ ਕਰ ਦੇਵਾਂਗੀ। ਬਸ ਅੱਜ ਤੂੰ ਜੋ ਇੱਥੇ ਦੇਖਿਆ ਹੈ ਸਮਝ ਮੈਂ ਕਦੇ ਦੇਖਿਆ ਹੀ ਨਹੀਂ। ਤੂੰ ਇਸ ਨੂੰ ਨਜ਼ਰ ਅੰਦਾਜ਼ ਕਰਕੇ ਅੱਖਾਂ ਫੇਰ ਲੈ। ਮੈਂ ਕਿਹਾ ਮਾਲਕਨ, ਇਹ ਸਭ ਕੀ ਹੈ? ਮੈਂ ਸਭ ਕੁਝ ਸੱਚ ਜਾਣਨਾ ਹੈ। ਮਾਲਕਨ ਬਹੁਤ ਡਰੀ ਹੋਈ ਸੀ। ਉਹ ਬੋਲੀ ਕਿ ਰਾਕੇਸ਼, ਮੈਂ ਕਰੋੜਪਤੀ ਬਾਪ ਦੀ ਇਕਲੌਤੀ ਔਲਾਦ ਸੀ। ਉਹਨਾਂ ਮੇਰਾ ਵਿਆਹ ਆਪਣੇ ਦਫ਼ਤਰ ਦੇ ਇੱਕ ਵਰਕਰ ਨਾਲ ਕਰ ਦਿੱਤਾ ਸੀ। ਇਹ ਸਾਰਾ ਰੁਪਇਆ ਪੈਸਾ ਤੇਰੇ ਮਾਲਕ ਦਾ ਨਹੀਂ ਸਗੋਂ ਮੇਰਾ ਸੀ। ਮੈਨੂੰ ਵੀ ਇਸ ਇਨਸਾਨ ਨਾਲ ਪਿਆਰ ਹੋ ਗਿਆ ਸੀ, ਇਸ ਲਈ ਵਿਆਹ ਕਰ ਲਿਆ ਤੇ ਮੈਂ ਤੇ ਰਾਜੀਵ ਇੱਕ ਦੂਜੇ ਨਾਲ ਬਹੁਤ ਖੁਸ਼ ਸਾਂ। ਰਾਜੀਵ ਹਰ ਤਰ੍ਹਾਂ ਨਾਲ ਇੱਕ ਚੰਗਾ ਪਤੀ ਸਾਬਤ ਹੋਇਆ ਸੀ। ਮੇਰੀ ਜ਼ਿੰਦਗੀ ਬਹੁਤ ਚੰਗੀ ਲੰਘ ਰਹੀ ਸੀ। ਪਰ ਫਿਰ ਰਾਜੀਵ ਨੇ ਤੈਨੂੰ ਆਪਣੇ ਡਰਾਈਵਰ ਦੀ ਨੌਕਰੀ 'ਤੇ ਰੱਖ ਲਿਆ। ਤੈਨੂੰ ਦੇਖਿਆ ਤਾਂ ਮੈਂ ਤੈਨੂੰ ਪਸੰਦ ਕਰਨ ਲੱਗੀ। ਮੈਂ ਤੇਰੇ ਵੱਲੋਂ ਆਪਣਾ ਧਿਆਨ ਹਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਕਈ ਸਾਲ ਖੁਦ 'ਤੇ ਬਹੁਤ ਕਾਬੂ ਕੀਤਾ, ਪਰ ਹੁਣ ਤੇਰੇ ਤੋਂ ਹੋਰ ਜ਼ਿਆਦਾ ਦੂਰ ਨਹੀਂ ਰਹਿ ਸਕਦੀ ਸੀ। ਇਸ ਲਈ ਮੈਂ ਰਾਜੀਵ ਨੂੰ ਰਸਤੇ ਤੋਂ ਹਟਾਉਣ ਦਾ ਫੈਸਲਾ ਕੀਤਾ। ਪਰ ਪਤਾ ਨਹੀਂ ਕਿਵੇਂ ਰਾਜੀਵ ਨੂੰ ਇਸ ਬਾਰੇ ਪਤਾ ਲੱਗ ਗਿਆ। ਉਹ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਸੀ ਤੇ ਤੈਨੂੰ ਨੌਕਰੀ 'ਚੋਂ ਕੱਢਣਾ ਚਾਹੁੰਦਾ ਸੀ। ਮੈਂ ਤੈਨੂੰ ਖੁਦ ਤੋਂ ਦੂਰ ਨਹੀਂ ਕਰ ਸਕਦੀ ਸੀ। ਇਸ ਲਈ ਤੇਰੇ ਜਾਣ ਤੋਂ ਬਾਅਦ ਮੈਂ ਰਾਜੀਵ ਦੇ ਖਾਣੇ 'ਚ ਅਜਿਹੀ ਦਵਾਈ ਮਿਲਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਉਸ ਦਾ ਸਰੀਰ ਬੇਜਾਨ ਹੋ ਕੇ ਰਹਿ ਗਿਆ ਸੀ। ਤੂੰ ਨਹੀਂ ਜਾਣਦਾ ਕਿ ਇਸ ਦੁਨੀਆ 'ਚ ਪੈਸੇ ਨਾਲ ਕੁਝ ਵੀ ਹੋ ਸਕਦਾ ਹੈ। ਇਸ ਲਈ ਮੈਂ ਕੁਝ ਲੋਕਾਂ ਨੂੰ ਬਹੁਤ ਜ਼ਿਆਦਾ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾ ਲਿਆ ਸੀ ਤੇ ਰਾਜੀਵ ਦੀ ਮੌਤ ਦਾ ਨਾਟਕ ਕੀਤਾ। ਇਸ ਸਮੇਂ ਤੱਕ ਰਾਜੀਵ ਨੂੰ ਮੈਂ ਦਵਾਈ ਰਾਹੀਂ ਬੇਹੋਸ਼ ਕਰ ਰੱਖਿਆ ਸੀ। ਸਾਰਿਆਂ ਨੇ ਉਸ ਦੀ ਲਾਸ਼ ਦੇਖੀ ਸੀ, ਪਰ ਮੈਂ ਰਾਜੀਵ ਨੂੰ ਸਾੜਨ ਨਹੀਂ ਦਿੱਤਾ ਕਿਉਂਕਿ ਐਨ ਮੌਕੇ 'ਤੇ ਮੈਨੂੰ ਪਤਾ ਲੱਗਿਆ ਕਿ ਮੇਰੀ ਸਾਰੀ ਜਾਇਦਾਦ ਰਾਜੀਵ ਦੇ ਨਾਂ ਹੈ ਤੇ ਉਸਨੇ ਆਪਣੀ ਵਸੀਅਤ 'ਚ ਲਿਖਿਆ ਹੈ ਕਿ ਉਸ ਦੇ ਮਰਨ ਤੋਂ ਬਾਅਦ ਇਹ ਸਾਰੀ ਜਾਇਦਾਦ ਅਨਾਥਾਂ ਨੂੰ ਦੇ ਦਿੱਤੀ ਜਾਵੇ। ਮੈਂ ਅਜਿਹਾ ਕਦੇ ਨਹੀਂ ਹੋਣ ਦੇਣਾ ਚਾਹੁੰਦੀ ਸੀ। ਮੈਨੂੰ ਆਪਣੀ ਦੌਲਤ ਹੀ ਵੀ ਚਾਹੀਦੀ ਸੀ। ਮਾਲਕਨ ਦੀਆਂ ਇਹ ਗੱਲਾਂ ਸੁਣ ਮੈਂ ਹੈਰਾਨ ਰਹਿ ਗਈ। ਸਾਹਮਣੇ ਮਾਲਕ ਨੂੰ ਦੇਖ ਕੇ ਮੈਂ ਬਹੁਤ ਪਰੇਸ਼ਾਨ ਵੀ ਹੋ ਗਿਆ। ਮਾਲਕਨ ਨੇ ਮਾਲਕ ਨੂੰ ਕਿਹਾ ਕਿ ਮੇਰੀ ਜਾਇਦਾਦ ਵਾਪਸ ਮੇਰੇ ਨਾਂ ਕਰ ਦਿਓ, ਫਿਰ ਮੈਂ ਖੁਦ ਹੀ ਵਸੀਅਤ ਬਦਲ ਦੇਵਾਂਗੀ। ਪਰ ਇਹ ਮੰਨਦੇ ਹੀ ਨਹੀਂ। ਪਰ ਰਾਕੇਸ਼, ਤੂੰ ਐਨੀ ਰਾਤ ਨੂੰ ਮੇਰੇ ਕਮਰੇ 'ਚ ਕੀ ਲੈਣ ਆਇਆ ਸੀ? ਮੈਂ ਕਿਹਾ ਕਿ ਮਾਲਕਨ, ਮੈਂ ਜਦੋਂ ਤੋਂ ਇੱਥੇ ਵਾਪਸ ਆਇਆ ਹਾਂ ਹਰ ਰਾਤ ਮਾਲਕ ਮੇਰੇ ਸੁਪਨੇ 'ਚ ਆਉਂਦਾ ਸੀ ਤੇ ਆਖਦਾ ਸੀ ਕਿ ਛੇਤੀ ਮੇਰੇ ਕਮਰੇ 'ਚ ਆ। ਇਸ ਲਈ ਅੱਜ ਮੈਂ ਇੱਥੇ ਆ ਹੀ ਗਿਆ। ਮਾਲਕਨ ਬੋਲੀ ਕਿ ਤੇਰਾ ਕੀ ਫੈਸਲਾ ਹੈ? ਮੈਂ ਕਿਹਾ ਕਿ ਮਾਲਕਨ, ਤੁਸੀਂ ਮਾਲਕ ਨੂੰ ਮੈਨੂੰ ਸੌਂਪ ਦਿਓ, ਫਿਰ ਮੈਂ ਤੁਹਾਡੇ ਨਾਲ ਵਿਆਹ ਕਰ ਲਵਾਂਗਾ। ਮੈਂ ਸੋਚਿਆ ਕਿ ਇੱਕ ਅਜਿਹਾ ਆਦਮੀ ਜਿਸ ਦੀ ਮਦਦ ਖੁਦ ਭਗਵਾਨ ਕਰਨਾ ਚਾਹੁੰਦਾ ਹੈ ਤੇ ਜਿਸ ਬਾਰੇ ਮੈਨੂੰ ਹਰ ਰਾਤ ਸੁਪਨੇ 'ਚ ਇਸ਼ਾਰਾ ਦਿੰਦਾ ਹੈ, ਉਸ ਨੂੰ ਮੈਂ ਇੰਝ ਹੀ ਤੜਫਦਾ ਕਿਵੇਂ ਛੱਡ ਦੇਵਾਂ। ਮਾਲਕਨ ਨੇ ਮਾਲਕ ਨੂੰ ਮੇਰੇ ਹਵਾਲੇ ਕਰ ਦਿੱਤਾ ਸੀ। ਮੈਂ ਮਾਲਕ ਨੂੰ ਆਪਣੇ ਕੋਲ ਰੱਖਿਆ ਤੇ ਕੁਝ ਹੀ ਦਿਨਾਂ 'ਚ ਚੰਗਾ ਭਲਾ ਕਰ ਦਿੱਤਾ। ਉਹਨਾਂ ਆਪਣੀ ਜਾਨ ਬਚਾਉਣ ਲਈ ਮੇਰਾ ਧੰਨਵਾਦ ਕੀਤਾ। ਮੈਂ ਵਾਪਸ ਆਪਣੇ ਪਿੰਡ ਜਾਣ ਲੱਗਿਆ ਤਾਂ ਮਾਲਕ ਨੇ ਮੈਨੂੰ ਇਨਾਮ ਦੇ ਤੌਰ 'ਤੇ 10 ਲੱਖ ਰੁਪਏ ਦਿੱਤੇ, ਜੋ ਮੈਂ ਲੈਣ ਤੋਂ ਮਨਾ ਕਰ ਦਿੱਤੀ। ਪਰ ਜਦੋਂ ਉਹਨਾਂ ਨੇ ਜ਼ਬਰਦਸਤੀ ਕੀਤੀ ਤਾਂ ਮੈਨੂੰ ਲੈਣੇ ਹੀ ਪਏ। ਮਾਲਕ ਨੇ ਆਪਣੀ ਸਾਰੀ ਜਾਇਦਾਦ ਮਾਲਕਨ ਦੇ ਨਾਂ ਕਰ ਦਿੱਤੀ ਤੇ ਉਹਨਾਂ ਨੂੰ ਤਲਾਕ ਦੇ ਕੇ ਉਹਨਾਂ ਦੀ ਜ਼ਿੰਦਗੀ 'ਚੋਂ ਹਮੇਸ਼ਾ ਲਈ ਬਾਹਰ ਚਲੇ ਗਈ। ਹੁਣ ਮਾਲਕਨ ਇਕੱਲੀ ਹੀ ਰਹਿੰਦੀ ਸੀ। ਅਜਿਹੀ ਔਰਤ ਜੋ ਗੈਰ ਆਦਮੀ ਕਰਕੇ ਆਪਣੇ ਪਤੀ ਨਾਲ ਅਜਿਹਾ ਸਭ ਕੁਝ ਕਰ ਸਕਦੀ ਹੈ,
ਉਸ ਨਾਲ ਅਜਿਹਾ ਹੀ ਹੋਣਾ ਚਾਹੀਦਾ ਸੀ। ਮੈਂ ਅੱਜ ਵੀ ਪਰੇਸ਼ਾਨ ਹੋ ਕੇ ਇਹ ਗੱਲਾਂ ਸੋਚਦਾ ਹਾਂ ਕਿ ਪਤਾ ਨਹੀਂ ਮਾਲਕ ਦੀਆਂ ਅਜਿਹੀਆਂ ਕਿਹੜੀਆਂ ਚੰਗਿਆਈਆਂ ਉਹਨਾਂ ਦੇ ਕੰਮ ਆਈਆਂ ਜਿਸ ਕਰਕੇ ਭਗਵਾਨ ਨੇ ਉਹਨਾਂ ਦੀ ਮਦਦ ਕੀਤੀ ਸੀ। ਫਿਰ ਮੈਂ ਸੋਚਿਆ ਕਿ ਸਿਆਣੇ ਸੱਚ ਹੀ ਆਖਦੇ ਹਨ ਕਿ ਮਰਨ ਵਾਲੇ ਤੋਂ ਵੱਡਾ ਬਚਾਉਣ ਵਾਲਾ ਹੁੰਦਾ ਹੈ। ਦੋਸਤੋ, ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।